ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੂੰ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਸਤਿਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤ ਜੀਓ। ਮੇਰੇ ਮਾਲਕ ਸਤਿਗੁਰਾਂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਆਪਣੀ ਬਾਣੀ ਔਰ ਬਾਣੀ ਦੀ ਵਿਚਾਰ ਦੇ ਨਾਲ ਆਪਾਂ ਸਾਰਿਆਂ ਨੂੰ ਸਤਿਗੁਰਾਂ ਜੀ ਨੇ ਤਰੁੱਠ ਕੇ ਜੋੜਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੁਆਰਾ ਉਚਾਰਨ ਜਪ ਬਾਣੀ ਦੀ ਵਿਚਾਰ ਲੜੀਵਾਰ ਆਪਾਂ ਕਰ ਰਹੇ ਹਾਂ। ਸਤਿਗੁਰਾਂ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜਿੰਨੀ ਕੁ ਸਮੱਤ ਬਖਸ਼ੀ, ਮੂਲ ਮੰਤਰ ਦੀ ਵਿਚਾਰ ਆਪਾਂ ਸੰਪੂਰਨ ਕਰ ਚੁੱਕੇ ਹਾਂ। ਇੱਕ ਓਅੰਕਾਰ ਤੋਂ ਲੈ ਕਰਕੇ ਗੁਰ ਪ੍ਰਸਾਦ ਤੱਕ। ਇਸ ਤੋਂ ਅਗਲੇ ਦੀ ਵਿਚਾਰ ਜਿਹੜੀ ਅੱਜ ਆਪਾਂ ਕਰਨੀ ਹੈ, ਅੱਗੇ ਸਤਿਗੁਰਾਂ ਜੀ ਨੇ ਸ਼ਬਦ ਦਰਜ ਕੀਤਾ ਹੈ ਜਪ। ਮੈਂ ਥੋੜ੍ਹੀ ਜਿਹੀ ਵਿਚਾਰ ਇਹਦੇ ਸੰਬੰਧੀ ਤੁਹਾਡੇ ਨਾਲ ਸਾਂਝ ਪਾਦੇ ਹਾਂ। ਦਰਅਸਲ ਇਹ ਜਿਹੜਾ ਜਪ ਸ਼ਬਦ ਸਤਿਗੁਰਾਂ ਜੀ ਨੇ ਅੰਕਿਤ ਕੀਤਾ ਹੈ, ਇਹ ਤੁਸੀਂ ਬੜੇ ਗੌਰ ਦੇ ਨਾਲ ਧਿਆਨ ਨਾਲ ਵੇਖੋ। ਸਤਿਗੁਰਾਂ ਜੀ ਨੇ ਗੁਰ ਪ੍ਰਸਾਦ ਦੇ ਅੱਗੇ ਦੋ ਲਾਵਾਂ ਲਾਈਆਂ ਨੇ, ਦੋ ਡੰਡੇ ਲਾ ਕੇ ਸ਼ਬਦ ਬੰਦ ਕੀਤਾ ਹੈ। ਇਸ ਤੋਂ ਅੱਗੇ ਫਿਰ ਦੋ ਡੰਡੀਆਂ ਨੇ ਤੇ ਦੋ ਡੰਡੀਆਂ ਤੋਂ ਬਾਅਦ ਫਿਰ ਜਪ ਸ਼ਬਦ ਲਿਖਿਆ, ਫਿਰ ਅੱਗੇ ਦੋ ਡੰਡੀਆਂ ਲਾ ਦਿੱਤੀਆਂ। ਇਹਦਾ ਭਾਵ ਹੋਇਆ ਇਹ ਜਿਹੜਾ ਜਪ ਸ਼ਬਦ ਹੈ ਨਾ, ਇਹ ਮੂਲ ਮੰਤਰ ਗੁਰ ਪ੍ਰਸਾਦ ਤੋਂ ਅਲੱਗਾ ਹੈ। ਕਈ ਵਿਦਵਾਨ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਇਹ ਬਾਣੀ ਦਾ ਨਾਮ ਹੈ ਜਪ। ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਇਹ ਬਾਣੀ ਦਾ ਸਿਰਲੇਖ ਹੈ, ਬਾਣੀ ਦਾ ਮੁੱਢ ਹੈ, ਬਾਣੀ ਦਾ ਤੱਤ ਹੈ। ਭਾਵ ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹਦੇ ਹਾਂ ਨਾ ਜਪ, ਤੇ ਸਾਡੇ ਅੰਦਰ ਮੱਲੋ ਮੱਲੀ ਇਹ ਵਿਚਾਰ ਪੈਦਾ ਹੁੰਦੀ ਏ ਵੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਸਾਰੀ ਬਾਣੀ ਦੇ ਅੰਦਰ ਜਪ ਦੀ ਹੋਈ ਗੱਲ ਕੀਤੀ ਹੋਵੇਗੀ। ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀਆਂ ਪੜ੍ਹਦੇ ਹੋ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ ਆਨੰਦ, 40 ਪੌੜੀਆਂ ਨੇ। ਸਤਿਗੁਰਾਂ ਨੇ ਸਿਰਲੇਖ ਦਿੱਤਾ ਆਨੰਦ। ਆਪਾਂ ਸਤਿਕਾਰ ਵਜੋਂ ਸ਼ਬਦ ਵਰਤ ਲੈਂਦੇ ਹਾਂ ਆਨੰਦ ਸਾਹਿਬ, ਪਰ ਜਦੋਂ ਹੀ ਬਾਣੀ ਦਾ ਸਿਰਲੇਖ ਸਾਡੇ ਜ਼ਿਹਨ ਦੇ ਵਿੱਚ ਆਉਂਦਾ, ਪੜ੍ਹਦੇ ਹਾਂ ਆਨੰਦ, ਸਾਨੂੰ ਮੱਲੋ ਮੱਲੀ ਇਹ ਗਿਆਨ ਹੋ ਜਾਂਦਾ ਵੀ ਇਹਦੇ ਵਿੱਚ ਸਤਿਗੁਰਾਂ ਜੀ ਨੇ ਆਤਮਿਕ ਆਨੰਦ ਦੀ
ਆਤਮਿਕ ਖੁਸ਼ੀ ਦੀ, ਆਤਮਿਕ ਖੇੜੇ ਦੀ ਗੱਲ ਕੀਤੀ ਹੋਵੇਗੀ। ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਮਾਝ ਰਾਗ ਦੇ ਅੰਦਰ 12 ਮਾਹ ਜਦ ਉਸ ਸ਼ਬਦ ਆਪਾਂ ਪੜ੍ਹਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਸਤਿਗੁਰਾਂ ਨੇ ਇਹਦੇ ਅੰਦਰ ਮਹੀਨਿਆਂ ਦੀ ਗੱਲ ਕੀਤੀ, ਰੁੱਤਾਂ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪੱਟੀ ਬਾਣੀ ਦਾ ਨਾਮ ਹੈ। ਪੜ੍ਹਦੇ ਸਾਰ ਸਾਨੂੰ ਗਿਆਨ ਹੋ ਜਾਂਦਾ, ਇਹਨਾਂ ਦੇ ਅੰਦਰ ਆਤਮਿਕ ਅੱਖਰਾਂ ਦਾ ਗਿਆਨ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਗੁਰਮੁਖ ਲਿਪੀ ਦਾ ਗਿਆਨ ਬਖਸ਼ਿਆ ਹੈ। ਇਸੇ ਪ੍ਰਕਾਰ ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹਦੇ ਹਾਂ ਜਪ, ਤੇ ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਇਹਦੇ ਅੰਦਰ ਸਮੁੱਚੀ ਬਾਣੀ ਦੇ ਅੰਦਰ ਜਿਹੜੀਆਂ ਆਉਣ ਵਾਲੀਆਂ ਪੌੜੀਆਂ ਨੇ, ਉਹਨਾਂ ਪੌੜੀਆਂ ਦੇ ਵਿੱਚ ਸਤਿਗੁਰਾਂ ਨੇ 38 ਦੀਆਂ 38 ਪੌੜੀਆਂ ਦੇ ਵਿੱਚ ਜਪ ਦੀ ਗੱਲ ਕੀਤੀ ਹੈ। ਇਹ ਬਾਣੀ ਦਾ ਨਾਮ ਵੀ ਹੈ। ਇਹ ਮੈਂ ਬਚਨ ਤਾਂ ਪਹਿਲਾਂ ਵੀ ਵੈਸੇ ਮੈਂ ਸਾਂਝ ਪਾਈ ਸੀ ਵੀ ਦਰਅਸਲ ਜਪ ਬਾਣੀ ਦਾ ਨਾਮ ਹੈ। ਜੇ ਤੁਸੀਂ ਮੂਲ ਮੰਤਰ ਨੂੰ ਹੈ ਵੀ ਸੱਚ ਤੱਕ ਗੁਰੂ ਸਵਾਰਿਓ ਪੜ੍ਹੋਗੇ ਨਾ, ਤੇ ਤੁਸੀਂ ਬਾਣੀ ਦਾ ਨਾਮ ਕਿੱਥੋਂ ਲੱਭੋਗੇ। ਸਤਿਗੁਰਾਂ ਜੀ ਨੇ ਆਪ ਹੀ ਇਸ਼ਾਰੇ ਦੇ ਦਿੱਤੇ। ਗੁਰਪ੍ਰਸਾਦ ਤੋਂ ਬਾਅਦ 2 ਡੰਡੀਆਂ ਪਾ ਕੇ ਉਸ ਤੋਂ ਬਾਅਦ ਫਿਰ 2 ਡੰਡੀਆਂ ਜਪ ਦੇ ਅੱਗੇ ਵੀ ਪਾਈਆਂ, ਫਿਰ ਜਪ ਸ਼ਬਦ ਲਿਖ ਕੇ ਉਹਦੇ ਪਿੱਛੇ ਵੀ ਜਪ ਦੇ 2 ਡੰਡੀਆਂ ਪਾਈਆਂ। ਸਤਿਗੁਰਾਂ ਜੀ ਨੇ ਇਸ਼ਾਰਾ ਕੀਤਾ ਕਿ ਬੰਦਿਆ ਇਹ ਸ਼ਬਦ ਮੂਲ ਮੰਤਰ ਤੋਂ ਅਲੱਗਾ, ਇਹ ਬਾਣੀ ਦਾ ਨਾਮ ਹੈ। ਨਹੀਂ ਤੇ ਤੁਸੀਂ ਗੁਰੂ ਸਵਾਰਿਓ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤਕਰੀਬਨ 33 ਵਾਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸੰਪੂਰਨ ਸਰੂਪ ਮੂਲ ਮੰਤਰ ਦਾ ਪੜ੍ਹਦੇ ਹਾਂ। ਸਤਿਗੁਰਾਂ ਜੀ ਨੇ ਇਹ ਦੁਬਾਰਾ ਦੁਹਰਾਇਆ ਕਿਉਂ ਨਹੀਂ? ਸਤਿਗੁਰਾਂ ਨੇ ਜੇ ਹੈ ਵੀ ਸੱਚ ਤੱਕ ਮੂਲ ਮੰਤਰ ਮੰਨ ਲਈਏ, ਸਤਿਗੁਰਾਂ ਨੇ ਦੁਬਾਰਾ ਕਿਉਂ ਨਹੀਂ ਬਾਣੀ ਦੇ ਵਿੱਚ ਦੁਹਰਾਇਆ? ਸਤਿਗੁਰਾਂ ਨੇ ਗੁਰਪ੍ਰਸਾਦ ਤੱਕ ਹੀ ਬਾਰ-ਬਾਰ 33 ਵਾਰ ਲਿਖਿਆ। ਸਤਿਗੁਰਾਂ ਨੇ, ਮੈਂ ਇਹ ਬਚਨ ਕੇਵਲ ਤਾਂ ਸਾਂਝ ਪਾਏ ਨੇ, ਚਲੋ ਸਾਡੇ ਗਿਆਨ ਦੇ ਵਿੱਚ ਕਿਤੇ ਵਾਧਾ ਹੋਵੇ। ਸਤਿਗੁਰਾਂ ਜੀ ਨੇ ਸ਼ਬਦ ਵਰਤਿਆ ਜਪ। ਜਪ ਦਾ ਅਰਥ ਹੁੰਦਾ ਹੈ ਬੋਲਣਾ, ਸਿਮਰਨ ਕਰਨਾ, ਯਾਦ ਕਰਨਾ, ਪਰਮੇਸ਼ਵਰ ਨੂੰ ਅਰਾਧਨਾ, ਉਹਦੀ ਯਾਦ ਦੇ ਵਿੱਚ ਜੁੜਨਾ। ਵੈਸੇ ਜਿਹੜੇ ਅਧਿਆਤਮਿਕ ਪੁਰਖ ਨੇ, ਨਾਮ ਜਪਣ ਵਾਲੀਆਂ ਰੂਹਾਂ ਨੇ, ਉਹਨਾਂ ਨੇ ਇਹਦੇ ਇਹ ਵੀ ਅਰਥ ਕੀਤੇ ਵੀ ਇਹ ਗੁਰਸਿੱਖਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੈਨੂੰ ਪ੍ਰੇਰਣਾ ਦਿੰਦੇ ਪਏ ਨੇ ਵੀ ਤੈਨੂੰ ਕਾਇਆ ਮਿਲ ਗਈ ਹੈ, ਤੈਨੂੰ ਸਰੀਰ ਮਿਲ ਗਿਆ, ਤੈਨੂੰ ਜੀਵਨ ਮਿਲ ਗਿਆ। ਹੁਣ ਜਿੰਨਾ ਕੁ ਜੀਵਨ ਪ੍ਰਮਾਤਮਾ ਨੇ ਤੈਨੂੰ ਬਖਸ਼ਿਆ, ਤੂੰ ਪ੍ਰਮਾਤਮਾ ਦਾ ਨਾਮ ਜਪਿਆ ਕਰ। ਇਹ ਜਪ ਸ਼ਬਦ ਸਾਨੂੰ ਪ੍ਰੇਰਣਾ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਜਪਣ ਦੀ। ਵੈਸੇ ਜਿਹੜੇ ਜਪ ਦੇ ਅਰਥ ਨੇ ਨਾ, ਇਹ 3 ਤਰੀਕੇ ਨਾਲ ਕੀਤੇ ਜਾਂਦੇ ਨੇ। 3 ਪ੍ਰਕਾਰ ਦਾ ਜਪ ਮੰਨਿਆ ਗਿਆ ਹੈ, ਵਿਦਵਾਨਾਂ ਨੇ ਮੰਨਿਆ। ਇੱਕ ਹੁੰਦਾ ਵਾਚਕ ਜਪ। ਮੈਂ ਥੋੜਾ ਜਿਹਾ ਪਹਿਲਾਂ ਸਾਂਝ ਪਾ ਦਿਆਂ। ਵਾਚਕ ਜਪ ਕਿਹਨੂੰ ਕਹਿੰਦੇ ਨੇ? ਵਾਚਕ ਜਪ ਕਹਿੰਦੇ ਨੇ ਭਾਵ ਮੁਖ ਤੋਂ, ਜ਼ੁਬਾਨ ਤੋਂ ਉੱਚੀ ਉੱਚੀ ਜਪਣਾ, ਉੱਚੀ ਉੱਚੀ ਸਿਮਰਨ ਕਰਨਾ, ਦੂਜੇ ਨੂੰ ਵੀ ਸੁਣਾਈ ਦਵੇ, ਤੀਜੇ ਨੂੰ ਵੀ ਸੁਣਾਈ ਦਵੇ, ਉਹਨੂੰ ਕਹਿ ਦਿੰਦੇ ਨੇ ਵਾਚਕ ਜਪ। ਦੂਜਾ ਹੁੰਦਾ ਉਪਾਸੂ ਜਪ। ਉਪਾਸੂ ਜਪ ਦਾ ਅਰਥ ਹੁੰਦਾ ਭਾਵ ਜ਼ੁਬਾਨ ਤੋਂ ਬਾਅਦ ਜਿਹੜਾ ਗਲਾ ਆਉਂਦਾ ਨਾ, ਗਲੇ ਦੇ ਵਿੱਚ ਆਹਿਸਤਾ ਆਹਿਸਤਾ ਸਹਿਜ ਅਵਸਥਾ ਦੇ ਵਿੱਚ ਧੀਮੀ ਆਵਾਜ਼ ਦੇ ਵਿੱਚ ਪਰਮੇਸ਼ਵਰ ਦਾ ਜਾਪ ਕਰਨਾ। ਤੇ ਇਹ ਜਾਪ ਦਾ ਅਰਥ ਭਾਵ ਆਪਣੇ ਕੰਨਾਂ ਨੂੰ ਹੀ ਸੁਣਾਈ ਦਵੇ, ਕਿਸੇ ਨੂੰ ਸੁਣਾਈ ਨਾ ਦਵੇ, ਕੇਵਲ ਇੰਨੀ ਕੁ ਆਵਾਜ਼। ਇਹਨੂੰ ਕਹਿੰਦੇ ਨੇ ਉਪਾਸੂ ਜਪ। ਤੇ ਇੱਕ ਤੀਜਾ ਜਪ ਹੁੰਦਾ ਹੈ ਮਾਨਸਿਕ ਤਪ। ਮਾਨਸਿਕ ਜਪ ਭਾਵ ਚਿੱਤ ਦੇ ਵਿੱਚ ਸਿਮਰਨ ਕਰਨਾ, ਮਨ ਦੇ ਵਿੱਚ ਸਿਮਰਨ ਕਰਨਾ। ਮਨ ਦੀ ਜਿਹੜੀ ਅਵਸਥਾ ਹੈ, ਇਹਦੇ ਵਿੱਚ ਪਰਮਾਤਮਾ ਦਾ ਨਾਮ ਗੂੰਜਣਾ, ਪਰਮਾਤਮਾ ਦੇ ਨਾਮ ਦਾ ਸਿਮਰਨ ਚੱਲਣਾ। ਇਹ 3 ਪ੍ਰਕਾਰ ਦਾ ਜਪ ਸਤਿਗੁਰਾਂ ਦੀ ਬਾਣੀ ਵਿੱਚ ਵੀ ਮੰਨਿਆ ਗਿਆ। ਸਤਿਗੁਰਾਂ ਦੀ ਬਾਣੀ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਆਖਦੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਜੀ ਕਹਿ ਰਹੇ ਨੇ ਬੰਦਿਆ
ਤੂੰ ਕੇਵਲ ਇੱਕ ਦਾ ਸਿਮਰਨ ਕਰਨਾ ਹੈ, ਇੱਕ ਦੀ ਅਰਾਧਨਾ ਕਰਨੀ ਹੈ, ਇੱਕ ਦੀ ਬੰਦਗੀ ਕਰਨੀ ਹੈ। ਸਤਿਗੁਰਾਂ ਨੇ ਉੱਥੇ ਸਾਨੂੰ ਬਾਰ-ਬਾਰ ਬਾਣੀ ਦੇ ਵਿੱਚ ਇਹੋ ਪ੍ਰੇਰਨਾ ਦਿੱਤੀ ਹੈ ਵੀ ਕਿਸੇ ਮਨੁੱਖ ਦੇ ਦਿੱਤੇ ਹੋਏ ਜਾਪ ਦਾ ਸਿਮਰਨ ਨਹੀਂ ਕਰਨਾ। ਕਿਉਂਕਿ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਬੜੇ ਐਸੇ ਦੰਭੀ, ਬੜੇ ਐਸੇ ਅਡੰਬਰ ਕਰਨ ਵਾਲੇ ਦੁਨੀਆ ਦੇ ਵਿੱਚ ਨੇ, ਜਿਹੜੇ ਆਖਦੇ ਨੇ ਫਲਾਣਾ ਸ਼ਬਦ ਜਪੋ ਜਾਂ ਫਲਾਣਾ ਨਾਮ ਜਪੋ ਜਾਂ ਸਾਡਾ ਦਿੱਤਾ ਹੋਇਆ ਨਾਮ ਜਪੋ, ਤੁਹਾਡੇ ਅੰਦਰ ਦੇ ਦਰਵਾਜ਼ੇ ਖੁੱਲਣਗੇ, ਤੁਹਾਨੂੰ ਰੱਬ ਦੇ ਘਰ ਦੀ ਸੋਝੀ ਹੋਵੇਗੀ। ਬੜੇ ਦੁਨੀਆ ਦੇ ਵਿੱਚ ਐਸੇ ਨੇ। ਪਰ ਖਿਆਲ ਕਰਿਆ, ਜੇ ਬੰਦੇ ਦਾ ਦਿੱਤਾ ਹੋਇਆ ਜਿਹੜਾ ਸ਼ਬਦ ਹੈ ਨਾ, ਉਸ ਦੇ ਨਾਲ ਆਤਮਾ ਦਾ, ਮਨ ਦਾ ਕਦੀ ਭਲਾ ਨਹੀਂ ਹੋ ਸਕਦਾ, ਕਿਉਂਕਿ ਬੰਦੇ ਦਾ ਦਿੱਤਾ। ਬੰਦਾ ਤੇ ਆਪ ਗੁਰੂ ਸਵਾਰਿਓ ਬਿਨਸਨਹਾਰ ਏ, ਤੇ ਤੁਸੀਂ ਸੋਚੋ ਉਹਦਾ ਦਿੱਤਾ ਹੋਇਆ ਸ਼ਬਦ ਕਿਵੇਂ ਸਾਨੂੰ ਤਾਰ ਦੇਵੇਗਾ। ਉਹਦਾ ਸ਼ਬਦ ਵੀ ਬਿਨਸਨਹਾਰ ਹੀ ਹੈ। ਬੰਦੇ ਦਾ ਸ਼ਬਦ ਕਦੀ ਨਹੀਂ ਤਾਰ ਸਕਦਾ। ਬੰਦੇ ਦਾ ਸ਼ਬਦ ਕਦੀ ਵੀ ਆਤਮਿਕ ਗਿਆਨ ਦੀ ਸੋਝੀ ਨਹੀਂ ਦੇ ਸਕਦਾ। ਹਾਂ, ਜੋ ਸਾਨੂੰ ਗੁਰੂ ਨੇ ਬਖਸ਼ਿਆ, ਦਰਅਸਲ ਜੋ ਸ਼ਬਦ ਸਾਨੂੰ ਗੁਰੂ ਨੇ ਬਖਸ਼ਿਆ ਜਪਣ ਦੇ ਲਈ, ਉਹ ਗੁਰੂ ਨੇ ਪਹਿਲਾਂ ਆਪ ਕਮਾਈ ਕਰ ਕਰਕੇ ਉਸ ਸ਼ਬਦ ਨੂੰ ਕਮਾਇਆ, ਫਿਰ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਤੇ ਸਤਿਗੁਰਾਂ ਨੇ ਆਖਿਆ, ਬੰਦਿਆ ਇਹ ਸ਼ਬਦ ਕੋਈ ਆਮ ਸ਼ਬਦ ਨਹੀਂ ਜਿਹੜਾ ਮੈਂ ਤੈਨੂੰ ਜਪਣ ਲਈ ਦੇ ਰਿਹਾ, ਇਹ ਤੇਰੇ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰੇਗਾ, ਕਿਉਂਕਿ ਮੈਂ ਇਹਨੂੰ ਜਪ ਜਪ ਕੇ ਇਹਦੀ ਕਮਾਈ ਕੀਤੀ ਏ, ਤੇ ਕਮਾਈ ਕਰਕੇ ਤੇਰੀ ਝੋਲੀ ਵਿੱਚ ਪਾਇਆ, ਐਵੇਂ ਨਹੀਂ ਪਾਇਆ। ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਭਾਈ ਗੁਰਦਾਸ ਜੀ ਦਾ, ਬਾਬਾ ਪੈਂਦਾ ਸੱਚਖੰਡ ਨਾਉ ਨਿਧ ਨਾਮ ਗਰੀਬੀ ਪਾਈ। ਸੱਚਖੰਡ ਦੇ ਵਿੱਚੋਂ ਕੀ ਲੈ ਕੇ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਲਈ? ਜਪ ਲੈ ਕੇ ਆਏ ਨੇ, ਸਿਮਰਨ ਲੈ ਕੇ ਆਏ ਨੇ, ਬੰਦਗੀ ਲੈ ਕੇ ਆਏ ਨੇ। ਬੰਦਿਆ, ਜੋ ਤੂੰ ਜੀਵਨ ਦੇ ਵਿੱਚ ਕਮਾਉਣੀ ਹੈ। ਮੈਂ ਇੱਕ ਗੱਲ ਬੜੀ ਕਲੀਅਰ ਕਰਦੇ ਹਾਂ ਤੁਹਾਡੇ ਨਾਲ। ਦਰਅਸਲ ਅਸੀਂ ਜਪਣਾ ਕਿਹੜਾ ਨਾਮ ਹੈ, ਇਹ ਬੜੀ ਉਲਝਣ ਜੀ ਸੰਸਾਰ ਨੇ ਪਾਈ ਹੋਈ ਹੈ। ਵੈਸੇ ਉਲਝਣ ਵਾਲਾ ਕੋਈ ਵਿਸ਼ਾ ਹੈ ਨਹੀਂ। ਦੁਨੀਆ ਨੇ ਬੜੇ ਭੁਲੇਖੇ ਪਾਏ, ਬੜੇ ਭਰਮ ਪਾਏ ਨੇ। ਕੋਈ ਕਹਿੰਦਾ ਆਹ ਜਪਣਾ, ਆਹ ਜਪਣਾ। ਨਹੀਂ, ਸਤਿਗੁਰਾਂ ਦੀ ਬਾਣੀ ਪੜ੍ਹੋ, ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਜਪਣਾ ਕੀ ਹੈ। ਸਤਿਗੁਰਾਂ ਨੇ ਆਖਿਆ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਬੰਦਿਆ, ਸਤਨਾਮ ਵਾਹਿਗੁਰੂ ਇਹੀ ਉਹ ਮੰਤਰ ਹੈ ਜਿਹੜਾ ਤੇਰੇ ਅੰਦਰ ਦੀ ਹੋਮੇ ਨੂੰ ਮਾਰ ਕੇ, ਤੇਰੇ ਅੰਦਰ ਦੇ ਵਿਕਾਰਾਂ ਨੂੰ ਜਿਹੜਾ ਕੰਟਰੋਲ ਕਰਕੇ ਤੇਰੇ ਅੰਦਰ ਗਿਆਨ ਪੈਦਾ ਕਰ ਸਕਦਾ ਹੈ। ਇੱਕ ਸ਼ਬਦ ਹੋਰ ਪੜ੍ਹ ਲੈਂਦੇ ਹਾਂ ਆਪਾਂ, ਗੁਰੂ ਰਾਮਦਾਸ ਮਹਾਰਾਜ ਜੀ ਦਾ। ਸਤਿਗੁਰੂ ਜੀ ਪਤਾ ਕੀ ਕਹਿ ਰਹੇ ਨੇ? ਇੱਛਾ ਪੂਰਕ ਸ਼ਬਦ ਪ੍ਰਾਰੰਭ ਹੁੰਦਾ। ਇੱਛਾ ਪੂਰਕ ਹੁਕਮਨਾਮਾ ਸਾਹਿਬ ਵਿੱਚ ਵੀ ਆਪਾਂ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਬੜਾ ਕਲੀਅਰ ਕੱਟ ਸਤਿਗੁਰਾਂ ਨੇ ਕਹਿ ਦਿੱਤਾ ਵੀ ਮੇਰੇ ਮਨਾ, ਇਹ ਮੇਰੇ ਭਾਈ, ਤੂੰ ਕੇਵਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਇਸ ਨਾਮ ਤੋਂ ਬਿਨਾਂ ਦੁਨੀਆ ਦਾ ਦੂਜਾ ਤੀਜਾ ਕੋਈ ਵੀ ਨਾਮ ਤੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰਨਾ। ਜਪ ਮਨ ਸਤਨਾਮ ਸਦਾ ਸਤਨਾਮ। ਤੇ ਇਹ ਜਪ ਕੇ ਮਿਲਦਾ ਕੀ ਹੈ ਜੀ? ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰੰਜਨਾ। ਐਸੇ ਪੁਰਖ ਨਰੰਜਨ ਨੂੰ ਧਿਆ, ਉਹਦੇ ਨਾਮ ਦਾ ਸਿਮਰਨ ਕਰ, ਜਿਹੜਾ ਲੋਕ ਪਰਲੋਕ ਦੇ ਅੰਦਰ ਤੇਰਾ ਮੁਖ ਉਜਲ ਕਰ ਦਿੰਦਾ ਹੈ। ਸਾਨੂੰ ਕੇਵਲ ਪਰਮਾਤਮਾ ਦਾ ਨਾਮ ਜਪਣ ਦੀ ਹਦਾਇਤ ਕੀਤੀ ਹੈ ਸਤਿਗੁਰਾਂ ਨੇ। ਸਤਿਗੁਰਾਂ ਨੇ ਆਖਿਆ, ਇਸ ਜੀਵਨ ਦੇ ਵਿੱਚ ਬਹਿੰਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ ਕੇਵਲ ਤੇ ਕੇਵਲ ਤੇਰੇ ਮਨ ਦੇ ਅੰਦਰ, ਤੇਰੇ ਤਨ ਦੇ ਅੰਦਰ ਕੇਵਲ ਪਰਮੇਸ਼ਵਰ ਦਾ ਨਾਮ ਹੀ ਦਿਨ ਰਾਤ ਚੱਲਣਾ ਚਾਹੀਦਾ ਹੈ। ਵੈਸੇ ਦੁਨੀਆ ਦੇ ਵਿੱਚ
ਬੜੇ ਬੜੇ ਗੂੜ ਗਿਆਨੀ ਵੀ ਆਏ, ਕਈਆਂ ਨੇ ਤਰਕ ਵੀ ਖੜਾ ਕੀਤਾ ਇਸ ਜਪਨ ਦੇ ਉੱਤੇ। ਮੈਂ ਥੋੜ੍ਹਾ ਜਿਹਾ ਇਸ ਪਾਸੇ ਵੀ ਤੁਹਾਡੀ ਵਿਚਾਰ ਦਾ ਤੁਹਾਡਾ ਧਿਆਨ ਲੈ ਜਾਵਾਂ। ਬੜੇ ਬੜੇ ਤਰਕ ਵੀ ਦੁਨੀਆ ਨੇ ਖੜੇ ਕੀਤੇ ਕਿ ਅਖੇ ਜੀ ਬਾਰ-ਬਾਰ ਜਪਣ ਨਾਲ ਕੀ ਹੁੰਦਾ ਜੀ, ਬਾਰ-ਬਾਰ ਕਿਉਂ ਜਪਣਾ ਚਾਹੀਦਾ ਜੀ, ਬਾਰ-ਬਾਰ ਕਿਉਂ ਜਪੀ ਜਾਈਏ ਸਾਰਾ ਦਿਨ। ਪਹਿਲੀ ਬੇਨਤੀ ਤੇ ਮੈਂ ਇਹ ਕਰਾਂ ਵੀ ਇਹ ਗੁਰਸਿੱਖਾ, ਜੇ ਤੇਰੇ ਗੁਰੂ ਨੇ ਆਖਿਆ ਨਾ ਬਾਰ-ਬਾਰ ਜਪਣਾ ਹੈ ਤੇ ਤੂੰ ਬਿਨਾਂ ਕੋਈ ਤਰਕ ਕੀਤਿਆਂ, ਬਿਨਾਂ ਕੋਈ ਸ਼ੰਕਾ ਕੀਤਿਆਂ ਕੇਵਲ ਗੁਰੂ ਦਾ ਹੀ ਹੁਕਮ ਮੰਨ ਲੈ, ਇਹਦੇ ਨਾਲੋਂ ਵੱਡੀ ਕੋਈ ਵੀ ਰਹਿਮਤ ਨਹੀਂ। ਬਿਨਾਂ ਕੋਈ ਸ਼ੰਕਾ ਕੀਤਿਆਂ ਉਹ ਸਿੱਖ ਹੀ ਕਾਹਦਾ ਜਿਹੜਾ ਗੁਰੂ ਦੇ ਹੁਕਮ ਦੇ ਉੱਤੇ, ਗੁਰੂ ਦੇ ਦਿੱਤੇ ਹੋਏ ਸ਼ਬਦ ਦੇ ਉੱਤੇ ਸ਼ੰਕਾ ਕਰੇ। ਗੁਰੂ ਸਵਾਰਿਓ, ਸੱਚ ਜਾਣਿਆ ਜੇ ਸਾਡੇ ਕੀਤੇ ਹੋਏ ਖੜੇ ਜਿਹੜੇ ਸ਼ੰਕੇ ਨੇ ਨਾ, ਇਹ ਸ਼ੰਕੇ ਸਾਨੂੰ ਬਰਬਾਦ ਕਰਦੇ ਪਏ ਨੇ ਜੀਵਨ ਦੇ ਵਿੱਚ। ਸਤਿਗੁਰਾਂ ਨੇ ਆਖਿਆ ਨਹੀਂ ਗੁਰਸਿੱਖਾ ਤੂੰ ਬਾਰ-ਬਾਰ ਜਾਪੇ ਨੂੰ, ਤੁਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹੋ ਨਾ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ। ਬਾਰ-ਬਾਰ ਜਾਪੇ, ਬਾਰ-ਬਾਰ ਜਪ, ਬਾਰ-ਬਾਰ ਜਪਣ ਦੇ ਨਾਲ ਪਤਾ ਕੀ ਹੋਵੇਗਾ, ਬਾਰ-ਬਾਰ ਜਪਣ ਦੇ ਨਾਲ ਮਨ ਸਹਿਜ ਅਵਸਥਾ ਦੇ ਵਿੱਚ ਆਉਂਦਾ ਹੈ। ਬਾਰ-ਬਾਰ ਜਪਣ ਦੇ ਨਾਲ ਜਿਹੜੇ ਸਾਡੇ ਅੰਦਰ ਦਿਨ ਪ੍ਰਤੀ ਦਿਨ ਮਾੜੇ ਫੁਰਨੇ ਪੈਦਾ ਹੁੰਦੇ ਨੇ ਨਾ, ਸਹਿਜੇ ਸਹਿਜੇ ਜਪਦਿਆਂ ਇਹ ਮਾੜੇ ਫੁਰਨੇ ਆਉਣੇ ਬੰਦ ਹੋ ਜਾਂਦੇ ਨੇ। ਬਾਰ-ਬਾਰ ਜਪਦਿਆਂ ਸਾਡੀ ਆਤਮਾ ਸੁਖੀ ਹੁੰਦੀ ਏ। ਬਾਰ-ਬਾਰ ਜਪਣ ਦੇ ਨਾਲ ਸਾਡੇ ਚਿੱਤ ਦੇ ਅੰਦਰ, ਅੰਤਸ਼ਕਰਨ ਦੇ ਅੰਦਰ ਪ੍ਰਮਾਤਮਾ ਦੀ ਯਾਦ ਵਸ ਜਾਂਦੀ ਏ। ਇੱਕ ਟੀਚਰ ਵੀ ਹੁੰਦਾ ਹੈ ਨਾ, ਟੀਚਰ ਵੀ ਜਦੋਂ ਲੈਸਨ ਪੜ੍ਹਾਉਂਦਾ ਹੈ ਨਾ, ਤੇ ਟੀਚਰ ਵੀ ਸਟੂਡੈਂਟਸ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਆਪਣੇ ਘਰ ਜਾ ਕੇ ਇਸ ਲੈਸਨ ਨੂੰ ਬਾਰ-ਬਾਰ ਰਿਪੀਟ ਕਰਨਾ, ਬਾਰ-ਬਾਰ ਪੜ੍ਹਨਾ। ਹੁਣ ਟੀਚਰ ਕਿਉਂ ਬੱਚਿਆਂ ਨੂੰ ਕਹਿ ਰਿਹਾ ਹੈ ਬਾਰ-ਬਾਰ ਪੜ੍ਹਨ ਦੇ ਲਈ? ਕਿਉਂਕਿ ਟੀਚਰ ਨੂੰ ਪਤਾ ਹੈ ਬੱਚਿਆਂ ਦੇ ਜ਼ਿਹਨ ਦੇ ਅੰਦਰ ਉਹ ਲੈਸਨ ਬਾਰ-ਬਾਰ ਪੜ੍ਹ ਕੇ ਜ਼ਿਹਨ ਦੇ ਅੰਦਰ ਬਹਿ ਜਾਵੇਗਾ, ਫਿਰ ਬੱਚਾ ਕਦੀ ਭੁੱਲੇਗਾ ਨਹੀਂ। ਇਸੇ ਪ੍ਰਕਾਰ ਗੁਰੂ ਵੀ ਕਹਿ ਰਿਹਾ ਤੂੰ ਬਾਰ-ਬਾਰ ਸਿਮਰਨ ਕਰਨਾ, ਤਾਂ ਜੋ ਆਪਣੇ ਕੰਮ ਧੰਦੇ ਕਰਦਿਆਂ, ਸੰਸਾਰ ਵਿੱਚ ਵਿਚਰਦਿਆਂ ਤੈਨੂੰ ਗੁਰੂ ਕਦੀ ਭੁੱਲੇ ਨਾ। ਸਤਿਗੁਰੂ ਜੀ ਤਾਂ ਹੀ ਆਖਦੇ ਨੇ ਤੁਸੀਂ ਜਪ ਬਾਣੀ ਪੜ੍ਹੋ ਖਾਂ। ਸਤਿਗੁਰੂ ਜੀ ਆਖਦੇ ਨੇ ਉੱਥੇ ਤੇ ਸਤਿਗੁਰਾਂ ਨੇ ਐਡੀ ਵੱਡੀ ਅਵਸਥਾ ਦਾ ਜ਼ਿਕਰ ਕੀਤਾ। ਸਤਿਗੁਰਾਂ ਨੇ ਆਖਿਆ ਤੇਰੇ ਜਿਹੜੇ ਸਰੀਰ ਦੇ ਰੋਮ ਨੇ ਨਾ, ਇਹ ਇੱਕ ਇੱਕ ਰੋਮ ਦੇ ਵਿੱਚੋਂ ਲੱਖਾਂ ਲੱਖਾਂ ਜੀਭਾਂ ਪੈਦਾ ਹੋਣੀਆਂ ਚਾਹੀਦੀਆਂ, ਜਿਹੜੀਆਂ ਲੱਖਾਂ ਲੱਖਾਂ ਜੀਭਾਂ ਲੱਖਾਂ ਵਾਰ ਪਰਮੇਸ਼ਵਰ ਦਾ ਨਾਮ ਜਪਣ। ਸਤਿਗੁਰਾਂ ਦੀ ਪੌੜੀ ਆਪਾਂ ਪੜ੍ਹਦੇ ਹਾਂ, 1 2 ਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਸਤਿਗੁਰਾਂ ਨੇ ਆਖਿਆ ਇੱਕ ਨਾਮ ਜਗਦੀਸ਼, ਪਰਮਾਤਮਾ ਦਾ ਇੱਕ ਨਾਮ ਤੇਰੇ ਸਰੀਰ ਦਾ ਰੋਮ ਰੋਮ ਜੀਭਾ ਬਣ ਜਾਵੇ ਤੇ ਉਹਦੇ ਵਿੱਚੋਂ ਕੇਵਲ ਪਰਮੇਸ਼ਵਰ ਦੇ ਨਾਮ ਦੀ ਆਵਾਜ਼ ਆਵੇ। ਇੰਨੀਆਂ ਜੀਭਾਂ ਤੇਰੇ ਰੋਮ ਦੀਆਂ ਤੇਰੇ ਸਰੀਰ ਦੇ ਉੱਤੇ ਲੱਗਣੀਆਂ ਚਾਹੀਦੀਆਂ। ਸਤਿਗੁਰਾਂ ਨੇ ਆਖਿਆ ਰਸਨਾ ਜਪੀਐ ਏਕ ਨਾਮ। ਸਤਿਗੁਰਾਂ ਨੇ ਆਖਿਆ ਆਪਣੀ ਰਸਨਾ ਤੋਂ ਕੇਵਲ ਬਾਰ-ਬਾਰ ਦੁਨੀਆ ਦੀਆਂ ਵਡਿਆਈਆਂ ਕਰਨ ਦੀ ਬਜਾਏ ਪਰਮੇਸ਼ਵਰ ਦਾ ਨਾਮ ਜਪਿਆ ਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਨਾ ਆਪਾਂ ਥੋੜੇ ਜਿਹੇ ਦਰਸ਼ਨ ਕਰ ਲਈਏ। ਇਸ ਸਤਿਗੁਰਾਂ ਨੇ ਇੱਕ ਥਾਂ ਤੇ ਇਹ ਵੀ ਜ਼ਿਕਰ ਕੀਤਾ ਵੀ ਕਈ ਵਾਰਾਂ ਨਾ ਬੰਦਾ ਪਖੰਡ ਵਜੋਂ ਵੀ ਜਪਦਾ ਹੈ। ਵੇਖੋ ਇਹ ਵੀ ਇੱਕ ਪੱਖ ਹੈ ਜਪਣ ਦਾ, ਜਿਸ ਤੋਂ ਸਾਨੂੰ ਸਤਿਗੁਰਾਂ ਨੇ ਗੁਰੇਜ਼ ਕੀਤਾ। ਸਤਿਗੁਰਾਂ ਨੇ ਆਖਿਆ ਗੁਰੇਜ਼ ਕਰੀ ਗੁਰਸਿੱਖਾ ਇਸ ਪਖੰਡ ਦੇ ਜਪਣ ਤੋਂ। ਕਿਉਂਕਿ ਆਪਾਂ ਚਲੋ ਪਹਿਲਾਂ ਤੇ ਗੁਰਮੁਖ ਪਿਆਰੀਆਂ ਰੂਹਾਂ ਬੜੇ ਪ੍ਰੇਮ ਦੇ ਨਾਲ ਚੌਂਕੜਾ ਮਾਰ ਕੇ ਸਹਿਜ ਅਵਸਥਾ ਦੇ ਵਿੱਚ ਕਈ ਘੰਟੇ ਜਾਪ ਕਰਦੀਆਂ ਹੁੰਦੀਆਂ ਸਨ। ਹੁਣ ਉਸ ਜਾਪ ਦਾ, ਉਸ ਸਰੂਪ ਦਾ ਬਿਲਕੁਲ
ਬਿਲਕੁਲ ਗੁਰੂ ਸਵਾਰਿਓ ਰੂਪ ਵਿਗਾੜ ਹੀ ਦਿੱਤਾ ਦੁਨੀਆ ਦੇ ਲੋਕਾਂ ਨੇ। ਤੁਸੀਂ ਵੇਖੋ ਕਈ ਸਿਰ ਮਾਰ ਮਾਰ ਕੇ ਜਪੀ ਜਾਂਦੇ ਨੇ, ਕੋਈ ਸਿਰ ਹਿਲਾ ਹਿਲਾ ਕੇ ਜਪੀ ਜਾਂਦੇ ਨੇ, ਕੋਈ ਉੱਚੀ ਉੱਚੀ ਜਪਦਾ, ਕੋਈ ਨੀਵਾਂ ਜਪਦਾ, ਕੋਈ ਕਹਿੰਦਾ ਸਾਹ ਅੰਦਰ ਕਰਕੇ ਜਪਣਾ, ਕੋਈ ਕਹਿੰਦਾ ਸਾਹ ਬਾਹਰ ਕੱਢ ਕੇ ਜਪਣਾ ਹੈ। ਇਹ ਜਿਸ ਪ੍ਰਕਾਰ ਦੇ ਲੋਕਾਂ ਨੇ ਗੁਰੂ ਸਵਾਰਿਓ ਅਡੰਬਰ ਜੇ ਰਚ ਲਏ ਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਪਖੰਡ ਚੱਲ ਰਿਹਾ ਹੋਵੇ। ਬਾਣੀ ਨੇ ਵੀ ਸਾਨੂੰ ਕੰਡੈਕਟ ਕੀਤਾ ਇਸ ਗੱਲ ਤੋਂ ਵੀ ਗੁਰੇਜ਼ ਕਰੀ ਗੁਰਸਿੱਖਾ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕੈ ਭਾਉ ਜਾਂ ਕੈ ਹਿਰਦੈ ਹੈ ਭਾਉ ਦੂਜਾ। ਸਤਿਗੁਰੂ ਜੀ ਆਖਦੇ ਨੇ ਜਿਹਦੇ ਹਿਰਦੇ ਦੇ ਵਿੱਚ ਦੂਜਾ ਭਾਉ ਏ, ਐਵੇਂ ਦੁਨੀਆ ਨੂੰ ਪਖੰਡ ਕਰ ਕਰਕੇ ਵਿਖਾਈ ਜਾਂਦਾ ਵੀ ਮੈਂ ਤੇ ਬੜਾ ਵੱਡਾ ਜਪੀ ਹਾਂ, ਮੈਂ ਤੇ ਬੜਾ ਵੱਡਾ ਤਪੀ ਹਾਂ। ਸਤਿਗੁਰਾਂ ਨੇ ਆਖਿਆ ਨਹੀਂ, ਇਹ ਜਪ ਇਹ ਤਪ ਇਹ ਬ੍ਰਤ ਜਿਹੜੀ ਪੂਜਾ ਏ ਇਹ ਕਿਸੇ ਲੇਖੇ ਦੇ ਵਿੱਚ ਨਹੀਂ ਜੇ ਆਉਂਦੀ, ਬਿਲਕੁਲ ਵਿਅਰਥ ਚਲੇ ਜਾਂਦੀ ਹੈ। ਜਪੋ ਤੇ ਐਵੇਂ ਜਪੋ ਜਿਵੇਂ ਸੱਜਣ ਭਾਈ ਸੱਜਣ ਨੇ ਜਪਿਆ ਸੀ। ਉਹਨੇ ਕੋਈ ਗੁਰੂ ਸਵਾਰਿਓ ਕਈ ਸਾਲ ਚੌਂਕੜਾ ਥੋੜੀ ਮਾਰਿਆ, ਕੇਵਲ ਇੱਕ ਦਿਨ ਗੁਰੂ ਨਾਨਕ ਜੀ ਦੇ ਦੀਦਾਰ ਹੋਏ ਨੇ। ਗੁਰੂ ਨਾਨਕ ਜੀ ਨੇ ਆਖਿਆ ਭਾਈ ਸੱਜਣ ਤੂੰ ਸੱਜਣ ਬਣ, ਠੱਗ ਨਾ ਬਣ। ਇਹ ਠੱਗੀਆਂ, ਇਹ ਚੋਰੀਆਂ, ਇਹ ਕਤਲ, ਇਹ ਲੇਖੇ ਬੜੇ ਵੱਡੇ ਹੋ ਜਾਣੇ ਨੇ, ਦੇ ਕੋਈ ਨਹੀਂ ਹੋਣੇ। ਤੂੰ ਅਸਲ ਦੇ ਵਿੱਚ ਜੋ ਤੇਰਾ ਨਾਮ ਹੈ ਉਵੇਂ ਦਾ ਜੀਵਨ ਧਾਰਨ ਕਰ। ਬਸ ਆਹ ਉਪਦੇਸ਼ ਦਿੱਤਾ। ਸੱਜਣ ਨੇ ਆਖਿਆ ਸਤਿਗੁਰੂ ਜੀ ਕਿਵੇਂ ਧਾਰਨ ਕਰਾਂਗਾ? ਸਤਿਗੁਰਾਂ ਨੇ ਆਖਿਆ ਪਰਮੇਸ਼ਵਰ ਨੂੰ ਯਾਦ ਰੱਖਿਆ ਕਰ। ਬਸ ਪਰਮੇਸ਼ਵਰ ਨੂੰ ਯਾਦ ਕਰਦਾ, ਹੱਥਾਂ ਦੇ ਨਾਲ ਸੇਵਾ ਕਰਦਾ, ਅੱਜ ਉਹੀ ਸੱਜਣ ਠੱਗ ਭਾਈ ਸੱਜਣ ਬਣ ਗਿਆ ਹੈ। ਜਪੋ ਤੇ ਐਵੇਂ ਜਪੋ ਜਿਵੇਂ ਕੌਡੇ ਨੇ ਜਪਿਆ, ਭਾਈ ਕੌਡਾ ਜੀ ਨੇ ਜਪਿਆ। ਗੁਰੂ ਸਵਾਰਿਓ ਕੜਾਹੇ ਦੇ ਵਿੱਚ ਬੰਦਿਆਂ ਨੂੰ ਪਾ ਪਾ ਕੇ ਤਲ ਤਲ ਕੇ ਖਾਂਦਾ ਏ। ਐਡੇ ਮਾੜੇ ਕਰਮ। ਸਤਿਗੁਰਾਂ ਨੇ ਆਖਿਆ ਨਹੀਂ ਛੱਡ ਦੇ ਸਾਰੇ ਕਰਮ, ਕੀ ਕਰਾਂ? ਸਤਿਗੁਰਾਂ ਨੇ ਆਖਿਆ ਬਸ ਜਪਿਆ ਕਰ। ਐਸਾ ਜਪਣਾ ਸ਼ੁਰੂ ਕੀਤਾ, ਭਾਈ ਕੌਡਾ ਜੀ ਹੋ ਗਏ ਨੇ। ਸਾਨੂੰ ਤੇ ਸਤਿਗੁਰਾਂ ਨੇ ਇਹ ਵੀ ਕਹਿ ਦਿੱਤਾ ਬੰਦਿਆ, ਜੇ ਤੂੰ ਕੁਝ ਰੱਬ ਦੇ ਕੋਲੋਂ ਮੰਗਣਾ ਹੈ ਨਾ ਤੇ ਕੇਵਲ ਜਪ ਮੰਗਿਆ ਕਰ, ਕੇਵਲ ਤੇ ਕੇਵਲ ਨਾਮ ਮੰਗਿਆ ਕਰ, ਜਿਸ ਨਾਮ ਨੇ ਲੋਕ ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕਰਨੀ ਹੈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਸਤਿਗੁਰਾਂ ਦੇ ਬਾਣੀ ਦੇ ਬਚਨ ਪੜੋ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਸਤਿਗੁਰੂ ਜੀ ਆਖਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਇੱਕ ਨਾਮ ਦੇ ਜਪਣ ਦੇ ਲਈ, ਕਿਉਂਕਿ ਨਾਮ ਹੀ ਸਥਿਰ ਰਹਿਣ ਵਾਲਾ, ਬਾਕੀ ਸਾਰਾ ਕੁਝ ਅਸਥਿਰ ਹੈ, ਸਭ ਕੁਝ ਵਿਣਸਣ ਵਾਲਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹੀ ਆਖਿਆ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਉਹ ਬੰਦਾ ਭਾਵੇਂ ਦੀ ਮੂਰਖਾਂ ਤੋਂ ਸਿਰ ਮੂਰਖ ਹੋਵੇ, ਜਿਹੜਾ ਜਪਣ ਲੱਗ ਪਿਆ ਉਹ ਵੀ ਗੁਰੂ ਸਵਾਰਿਓ ਬ੍ਰਹਮ ਗਿਆਨੀ ਬਣ ਜਾਂਦਾ ਹੈ, ਉਹ ਵੀ ਗੁਰੂ ਸਵਾਰਿਓ ਪਰਮਗਤ ਨੂੰ ਪ੍ਰਾਪਤ ਹੋ ਜਾਂਦਾ ਹੈ। ਰੱਬ ਦੀ ਦਰਗਾਹ ਦੇ ਵਿੱਚ ਉਹਦੀ ਵੀ ਕੀਮਤ ਪੈ ਜਾਂਦੀ ਹੈ। ਆਹੀ ਸਤਿਗੁਰਾਂ ਨੇ ਸਾਰੀ ਬਾਣੀ ਦਾ ਤੱਤ ਦੱਸਿਆ ਕਿ ਪ੍ਰਮਾਤਮਾ ਦਾ ਨਾਮ ਜਪਿਆ ਕਰੋ, ਜਪਣ ਦੇ ਨਾਲ ਹੀ ਉਧਾਰ ਹੋਣਾ। ਸਤਿਗੁਰੂ ਜੀ ਮਿਹਰਮਤ ਕਰਨ ਜੀ। ਇਹ ਜਿਹੜਾ ਜਪ, ਇਹ ਜਿਹੜਾ ਤਪ ਗੁਰੂ ਨਾਨਕ ਨੇ ਆਪਣੇ ਘਰੋਂ ਨਿਰਮਲ ਜਪ ਬਖਸ਼ਿਆ, ਨਿਰਮਲ ਤਪ ਬਖਸ਼ਿਆ, ਉਹਦੇ ਧਾਰਨੀ ਬਣ ਸਕੀਏ ਤਾਂ ਜੋ ਸਾਡਾ ਵੀ ਜੀਵਨ ਸਫਲਾ ਹੋ ਸਕੇ ਜੀ। ਆਪ ਜੀ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਇਸ ਜਪ ਸ਼ਬਦ ਤੋਂ ਅੱਗੇ ਸਤਿਗੁਰਾਂ ਜੀ ਨੇ ਇੱਕ ਸ਼ਲੋਕ ਦਰਜ ਕੀਤਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਪਰਮੇਸ਼ਵਰ ਦੇ ਪਰਥਾਏ। ਇਹਦੀ ਵਿਚਾਰ ਆਪਾਂ ਅਗਲੇ ਦੇ ਦੀਵਾਨਾਂ ਦੇ ਵਿੱਚ ਕਰਾਂਗੇ ਜੀ। ਆਓ ਅਖੀਰ ਫਤਿਹ ਦੀ ਸਾਂਝ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।